ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚਵਰ ਛਤਰ ਤਖਤਾਂ ਦੇ ਮਾਲਿਕ, ਜੁਗੋ ਜੁਗ ਅਟਲ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸਤਿਗੁਰਾਂ ਦੇ ਪਿਆਰ ਦੇ ਵਿੱਚ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ। ਸਤਿਗੁਰੂ ਜੀ ਦੀ ਗੁਰਬਾਣੀ ਦਾ ਫਰਮਾਨ ਹੈ, ਸੂਰਾ ਸੋ ਪਹਿਚਾਨੀਐ ਜੋ ਲੜੇ ਦੀਨ ਕੇ ਹੇਤ, ਪੁਰਜਾ ਪੁਰਜਾ ਕਟ ਮਰੈ ਕਬੂ ਨਾ ਛਾੜੈ ਖੇਤ। ਜੋ ਸ਼ਰਨ ਆਵੈ ਤਿਸ ਕੰਠ ਲਾਵੈ ਇਹ ਬਿਰਧ ਸੁਆਮੀ ਸੰਦਾ। ਔਰ ਜਦੋਂ ਜਦੋਂ ਵੀ ਸੰਸਾਰ ਦੇ ਅੰਦਰ ਜ਼ੁਲਮ ਦੀ ਹਨੇਰੀ ਚੱਲਦੀ ਹੈ, ਜ਼ੁਲਮ ਦੇ ਤੂਫਾਨ ਚੱਲਦੇ ਨੇ, ਤਦੋਂ ਤਦੋਂ ਉਹ ਪ੍ਰਮਾਤਮਾ, ਉਹ ਵਾਹਿਗੁਰੂ ਇਸ ਸੰਸਾਰ ਦੇ ਅੰਦਰ ਕਿਸੇ ਵਿਸ਼ੇਸ਼ ਰਹਿਬਰ ਨੂੰ, ਗੁਰੂ ਨੂੰ ਇਸ ਸੰਸਾਰ ਦੇ ਅੰਦਰ ਭੇਜਦਾ ਹੈ। ਔਰ ਵਗਦੇ ਹੋਏ ਉਸ ਜ਼ੁਲਮ ਨੂੰ ਫਿਰ ਉਹ ਆਪਣੇ ਰਹਿਮਤ ਦਾ ਸਦਕਾ ਜ਼ੁਲਮ ਨੂੰ ਠੱਲ ਪਾ ਕੇ ਦੁਨੀਆ ਦੇ ਉੱਤੇ ਪਰਉਪਕਾਰ ਕਰਦਾ ਹੈ। ਜਦੋਂ ਕਦੇ ਵੀ ਆਪਾਂ ਸ਼ਹਾਦਤ ਦੀ ਗੱਲ ਕਰਦੇ ਹਾਂ, ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਲੈ ਕੇ ਹੁਣ ਤੱਕ ਜਿੰਨੀਆਂ ਵੀ ਕੁਰਬਾਨੀਆਂ ਹੋਈਆਂ, ਕੁਰਬਾਨੀ ਦੀ ਜਦੋਂ ਵੀ ਗੱਲ ਹੁੰਦੀ ਹੈ, ਜ਼ਿਕਰ ਹੁੰਦਾ ਹੈ, ਇਸ ਦੁਨੀਆ ਦੇ ਤਖਤੇ ਦੇ ਉੱਤੇ ਵੱਖ-ਵੱਖ ਧਰਮਾਂ ਦੇ ਲੋਕਾਂ ਨੇ ਕੁਰਬਾਨੀਆਂ ਤਾਂ ਕੀਤੀਆਂ, ਪਰ ਜੋ ਕੁਰਬਾਨੀਆਂ ਗੁਰੂ ਇਤਿਹਾਸ ਦੇ ਅੰਦਰ ਹੈ, ਉਹਦੀ ਮਿਸਾਲ ਜਿਹੜੀ ਹੈ ਉਹ ਕਿਸੇ ਹੋਰ ਧਰਮ ਦੇ ਅੰਦਰੋਂ ਨਹੀਂ ਮਿਲਦੀ। ਸੋ ਅੱਜ ਇਤਿਹਾਸਕ ਦਿਹਾੜਾ ਹੈ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ। ਧਰਮ ਹੇਤ ਸਾਕਾ ਜਿਨ ਕੀਆ, ਸੀਸ ਦੀਆ ਹਰ ਸਿਰੜ ਨੰਦੀਆ। ਆਓ ਐਸੇ ਮਹਾਨ ਸਤਿਗੁਰੂ ਜੀ ਦੇ ਜੀਵਨ ਦੇ ਅੰਦਰ ਉਹਨਾਂ ਦੀ ਕੁਰਬਾਨੀ ਨੂੰ ਆਪਾਂ ਯਾਦ ਕਰੀਏ, ਇਤਿਹਾਸ ਦੇ ਪੰਨੇ ਕੁਛ ਫਰੋਲੀਏ ਔਰ ਕਰੀਏ ਅਰਦਾਸ ਕਿ ਐ ਮੇਰੇ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ, ਕਿਰਪਾ ਕਰਕੇ ਸਾਡੇ ਹਿਰਦੇ ਦੇ ਅੰਦਰ ਆਪਣਾ ਪਿਆਰ ਬਖਸ਼ੋ। ਜੋ ਅਰਦਾਸ ਦੇ ਅੰਦਰ ਜ਼ਿਕਰ ਹੈ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤੀ, ਉਹਦੇ ਅੰਦਰ ਵੀ ਰੋਜ਼ਾਨਾ ਹਰ ਗੁਰਸਿੱਖ ਜਿਹੜਾ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰਦਾ ਹੈ। ਤੇਗ ਬਹਾਦਰ ਸਿਮਰਿਐ ਘਰ ਨੌ ਨਿਧਿਆਵੈ ਧਾਏ। ਵੱਡੀਆਂ ਬਖਸ਼ਿਸ਼ਾਂ ਹੋ ਜਾਂਦੀਆਂ ਨੇ ਜਿਹੜਾ ਮਨੁੱਖ ਮਨ ਚਿੱਤ ਕਰਕੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰਦਾ ਹੈ। ਔਰ ਸਤਿਗੁਰਾਂ ਦੇ ਜਦੋਂ ਆਪਾਂ ਬਚਨ ਪੜ੍ਹਦੇ ਹਾਂ ਨਾ, ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ, ਉਹਨਾਂ ਦੇ ਕਹਿਣ ਮਾਤਰ ਨਹੀਂ, ਇਹ ਫਲਸਫਾ ਉਹਨਾਂ ਦੇ ਜੀਵਨ ਦੇ ਅੰਦਰ ਐਨ ਨਕਾ ਨਕ ਭਰਿਆ ਹੋਇਆ ਸੀ। ਭੈ ਕਾਹੂ ਕੋ ਦੇਤ ਨਹਿ, ਨਹਿ ਭੈ ਮਾਨਤ ਆਨ। ਸਤਿਗੁਰਾਂ ਦਾ ਜੀਵਨ ਐਸਾ ਹੈ, ਕਰੀਏ ਵਿਚਾਰ, ਜਦੋਂ 1675 ਦੇ ਵਿੱਚ ਔਰੰਗਜ਼ੇਬ ਜਿਹੜਾ ਸੀ ਆਪਣੇ ਦਿੱਲੀ ਦੇ ਤਖਤ ਦੇ ਉੱਤੇ ਬੈਠਾ ਨਾ, ਔਰ ਉਸ ਨੇ ਜ਼ੁਲਮ ਦੀ ਇੰਤਹਾ ਕਰ ਦਿੱਤੀ, ਆਪਣੇ ਭਰਾਵਾਂ ਨੂੰ ਮਾਰਿਆ, ਆਪਣੇ ਬਾਪ ਨੂੰ ਜੇਲ੍ਹ ਵਿੱਚ ਸੁੱਟ ਦਿੱਤਾ, ਔਰ ਆਪਣੇ ਪਰਿਵਾਰ ਦੇ ਵੱਲੋਂ ਵਿਹਲਿਆਂ ਹੋ ਕੇ ਉਹਨੇ ਇਉਂ ਇੰਤਹਾ ਕਰ ਲਿਆ ਕਿ ਮੈਂ ਸਾਰੇ ਸੰਸਾਰ ਦੇ ਅੰਦਰ ਕੇਵਲ ਤੇ ਕੇਵਲ ਇੱਕੋ ਧਰਮ ਹੀ ਬਣਾ ਦੇਣਾ ਹੈ,
इस्लाम धर्म दूजा धर्म कोई रहन नहीं देना। ਅਤੇ ਅੰਤ ਜ਼ੁਲਮ ਕੀਤੇ ਔਰ ਸਭ ਤੋਂ ਵੱਧ ਉਹਦਾ ਨਿਸ਼ਾਨਾ ਜਿਹੜਾ ਸੀ ਉਹ ਹਿੰਦੂ ਧਰਮ ਨੂੰ ਖਤਮ ਕਰਨਾ ਸੀ। ਹਿੰਦੂ ਧਰਮ ਨੂੰ ਖਤਮ ਕਰਨ ਵਾਸਤੇ ਆਪਣੇ ਅਹਿਲਕਾਰਾਂ ਸੂਬੇਦਾਰਾਂ ਨੂੰ ਹੁਕਮ ਕਰ ਦਿੱਤਾ, ਕੋਈ ਵੀ ਮਨੁੱਖ ਗੈਰ ਧਰਮ ਜਿਹੜਾ ਹਿੰਦੁਸਤਾਨ ਦੀ ਧਰਤੀ ਦੇ ਉੱਤੇ ਮੈਨੂੰ ਦਿਸਣਾ ਨਹੀਂ ਚਾਹੀਦਾ। ਲਾਲਚ ਦੇ ਕੇ, ਡਰਾਵੇ ਦੇ ਕੇ ਕਿਸੇ ਨੂੰ ਜਿਵੇਂ ਕਿਵੇਂ ਵੀ ਹੋ ਸਕੇ ਉਹਨੂੰ ਇਸਲਾਮ ਧਰਮ ਦੇ ਵਿੱਚ ਲਿਆਂਦਾ ਜਾਵੇ। ਨਹੀਂ ਕੋਈ ਆਉਂਦਾ, ਮੌਤ ਦੇ ਘਾਟ ਉਤਾਰ ਦਿਓ। ਇਹਨਾਂ ਜ਼ੁਲਮ ਹੁੰਦਿਆਂ ਵੇਖ ਕੇ ਕਸ਼ਮੀਰ ਦੇ ਪੰਡਤ ਜਿਹੜੇ ਸਨ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਪਹੁੰਚੇ ਔਰ ਸਤਿਗੁਰਾਂ ਨੇ ਕਹਿ ਦਿੱਤਾ, ਅਸੀਂ ਤੁਹਾਡਾ ਧਰਮ ਬਚਾਵਾਂਗੇ ਔਰ ਤੁਸੀਂ ਜਾ ਕੇ ਔਰੰਗਜ਼ੇਬ ਨੂੰ ਕਹਿ ਦਿਓ ਸਾਡਾ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਸਾਡਾ ਆਗੂ ਹੈ ਔਰ ਅਗਰ ਉਹਨੂੰ ਮੁਸਲਮਾਨ ਬਣਾ ਲਵੋ ਅਸੀਂ ਆਪਣੇ ਆਪ ਮੁਸਲਮਾਨ ਬਣ ਜਾਵਾਂਗੇ। ਸਤਿਗੁਰਾਂ ਨੇ ਉਹਨਾਂ ਪੰਡਤਾਂ ਨੂੰ ਭਰੋਸਾ ਦਿੱਤਾ। ਪੰਡਤ ਵਾਪਸ ਗਏ, ਸ਼ੇਰ ਅਫਗਾਨ ਨੂੰ ਕਹਿ ਦਿੱਤਾ ਜਾ ਕੇ ਕਿ ਔਰੰਗਜ਼ੇਬ ਤਿੱਕਰ ਸਾਡੇ ਗੁਰੂ ਦਾ ਆ ਸੁਨੇਹਾ ਪਹੁੰਚਾ ਦੇਵੋ, ਅਗਰ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਤੁਸੀਂ ਮੁਸਲਮਾਨ ਬਣਾ ਲਵੋਗੇ ਅਸੀਂ ਆਪਣੇ ਆਪ ਹੀ ਬਣ ਜਾਵਾਂਗੇ। ਇਹ ਖਬਰ ਹਸਨ ਅਬਦਾਲ ਜਿਹਨੂੰ ਆਪਾਂ ਪੰਜਾ ਸਾਹਿਬ ਕਹਿੰਦੇ ਹਾਂ, ਔਰੰਗਜ਼ੇਬ ਉਸ ਸਮੇਂ ਉਸੇ ਗਿਆ ਹੋਇਆ ਸੀ ਔਰ ਉੱਥੇ ਉਹਦੇ ਕੋਲ ਸੁਨੇਹਾ ਭੇਜਿਆ, ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਗ੍ਰਿਫਤਾਰ ਕਰਨ ਦੇ ਹੁਕਮ ਜਾਰੀ ਹੋਏ ਨੇ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਆਪ ਗ੍ਰਿਫਤਾਰੀ ਦੇਣ ਵਾਸਤੇ ਦਿੱਲੀ ਨੂੰ ਰਵਾਨਾ ਹੋਏ ਨੇ ਔਰ ਆਗਰੇ ਤੋਂ ਸਤਿਗੁਰਾਂ ਦੀ ਗ੍ਰਿਫਤਾਰੀ ਹੋਈ ਦੁਨੀਆ ਦੇ ਇਤਿਹਾਸ ਦੇ ਵਿੱਚ ਸ਼ਾਇਦ ਇਹ ਪਹਿਲੀ ਵਾਰ ਹੋਇਆ ਸੀ ਕਿ ਕਿਤੇ ਕਤਲ ਹੋਣ ਵਾਲਾ ਕਾਤਲ ਦੇ ਕੋਲ ਖੁਦ ਚੱਲ ਕੇ ਜਾ ਰਿਹਾ ਹੋਵੇ, ਉਹ ਵੀ ਬਿਨਾਂ ਕਿਸੇ ਝਿਜਕ ਤੋਂ, ਬਿਨਾਂ ਕਿਸੇ ਡਰ ਤੋਂ, ਬਿਨਾਂ ਕਿਸੇ ਖੌਫ ਤੋਂ, ਬਿਨਾਂ ਕਿਸੇ ਲਾਲਚ ਤੋਂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਪੰਜਾਂ ਸਿੱਖਾਂ ਸਮੇਤ ਦਿੱਲੀ ਦੇ ਵੱਲੇ ਰਵਾਨਾ ਹੋਏ। ਆਗਰੇ ਤੋਂ ਸਤਿਗੁਰਾਂ ਦੀ ਗ੍ਰਿਫਤਾਰੀ ਹੋਈ ਔਰ ਦਿੱਲੀ ਦੇ ਵਿੱਚ ਸਤਿਗੁਰਾਂ ਨੂੰ ਇੱਕ ਹਵੇਲੀ ਦੇ ਵਿੱਚ ਰੱਖਿਆ ਗਿਆ। ਉਸ ਹਵੇਲੀ ਦੇ ਅੰਦਰ ਬੜੀ ਭਿਆਨਕ ਹਵੇਲੀ ਸੀ, ਬੜੀ ਡਰਾਉਣੀ ਹਵੇਲੀ ਸੀ ਔਰ ਸਤਿਗੁਰਾਂ ਦੇ ਨਾਲ 5 ਸਿੱਖ ਗਏ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ, ਭਾਈ ਉਦੇ ਜੀ, ਭਾਈ ਗੁਰਦਿੱਤਾ ਜੀ। ਭਾਈ ਉਦੇ ਜੀ, ਭਾਈ ਗੁਰਦਿੱਤਾ ਜੀ ਸਤਿਗੁਰਾਂ ਤੋਂ ਪਹਿਲਾਂ ਹੀ ਵੱਖ ਹੋ ਗਏ। ਉਹਦੇ ਕਾਰਨ ਦਾ ਕੋਈ ਪਤਾ ਨਹੀਂ ਚੱਲਿਆ, ਅੱਜ ਤੱਕ ਇਤਿਹਾਸ ਦੇ ਵਿੱਚੋਂ ਕੋਈ ਪੜ੍ਹਨ ਨੂੰ ਨਹੀਂ ਮਿਲਿਆ। ਔਰ ਇੱਧਰ ਸਤਿਗੁਰਾਂ ਨੂੰ ਔਰ 3 ਸਿੱਖਾਂ ਨੂੰ ਹਵੇਲੀ ਦੇ ਵਿੱਚ ਕੈਦ ਕੀਤਾ ਗਿਆ। ਕੁਝ ਦਿਨ ਭੁੱਖਿਆਂ ਪਿਆਸਿਆਂ ਰੱਖਿਆ ਗਿਆ ਔਰ ਉਸ ਤੋਂ ਉਪਰੰਤ ਸਤਿਗੁਰਾਂ ਨੂੰ ਇੱਕ ਪਿੰਜਰੇ ਦੇ ਵਿੱਚ ਕੈਦ ਕੀਤਾ ਗਿਆ। ਪਿੰਜਰਾ ਸਪੈਸ਼ਲ ਤੌਰ ਤੇ ਬਣਾਇਆ ਗਿਆ। ਉਸ ਪਿੰਜਰੇ ਦੇ ਅੰਦਰ ਤਿੱਖੀਆਂ ਸੀਖਾਂ ਲੱਗੀਆਂ ਹੋਈਆਂ ਨੇ। ਉਸ ਪਿੰਜਰੇ ਦੇ ਅੰਦਰ ਨਾ ਸਿੱਧੇ ਬੈਠਾ ਜਾਂਦਾ ਸਤਿਗੁਰਾਂ ਕੋਲੋਂ, ਨਾ ਸਿੱਧੇ ਖੜਾ ਜਾਂਦਾ। ਹਰ ਪਾਸੇ ਵੱਲੇ ਸੀਖਾਂ ਨੇ, ਕਿਸੇ ਪਾਸੇ ਵੱਲੇ ਵੀ ਪਾਸਾ ਜਿਹੜਾ ਮੋੜਿਆ ਨਹੀਂ ਜਾਂਦਾ, ਮੋੜਦੇ ਨੇ, ਉਹ ਸੀਖਾਂ ਵੱਜਦੀਆਂ ਨੇ। ਇਸ ਤਰ੍ਹਾਂ ਤਸੀਹੇ ਦਿੱਤੇ ਜਾਣ ਲੱਗੇ। ਇੱਧਰ 11 ਨਵੰਬਰ 1675 ਦਾ ਸਮਾਂ ਆਇਆ। ਇਹ ਸਮਾਂ ਬਦਲਦਾ ਰਹਿੰਦਾ, ਤਰੀਕਾਂ ਬਦਲ ਜਾਂਦੀਆਂ ਨੇ, ਪਰ ਉਹ ਸਮਾਂ ਜਿਹੜਾ ਸੀ ਉਹ ਜੋ ਵਿਦਵਾਨ ਸੱਜਣਾ ਨੇ ਲਿਖਿਆ ਹੈ ਉਹ 10 ਨਵੰਬਰ ਦਾ ਸੀ। 10 ਨਵੰਬਰ ਨੂੰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਿੰਜਰੇ ਸਮੇਤ ਚਾਂਦਨੀ ਚੌਂਕ ਦੇ ਵਿੱਚ ਲਿਆਂਦਾ ਗਿਆ ਔਰ 3 ਉਹ ਗੁਰਸਿੱਖ ਸਤਿਗੁਰਾਂ ਦੇ ਨਾਲ ਨੇ ਜਿਨ੍ਹਾਂ ਨੂੰ ਹੱਥ ਕੜੀਆਂ ਲਾਈਆਂ ਨੇ, ਪੈਰੀ ਬੇੜੀਆਂ ਪਾਈਆਂ ਹੋਈਆਂ ਨੇ। ਚਾਂਦਨੀ ਚੌਂਕ ਵਿੱਚ ਲਿਆਂਦਾ ਗਿਆ। ਬੜਾ ਹਜ਼ੂਮ ਇਕੱਠਾ ਹੋਇਆ, ਲੋਕਾਂ ਦਾ ਇਕੱਠ ਬਹੁਤ ਹੈ, ਕਿਉਂਕਿ ਪਹਿਲਾਂ ਮੁਨਿਆਦੀ ਫੇਰੀ ਗਈ ਸੀ ਕਿ ਇਸ ਦਿਨ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਔਰ ਉਹਨਾਂ ਦੇ ਸਿੱਖਾਂ ਨੂੰ ਚਾਂਦਨੀ ਚੌਕ ਦੇ ਵਿੱਚ ਕਤਲ ਕੀਤਾ ਜਾਣਾ ਹੈ। ਲੋਕ ਇਕੱਠੇ ਹੋਏ ਨੇ, ਵੇਖ ਰਹੇ ਨੇ
ਔਰ ਕਾਜੀ ਜਿਹੜਾ ਸੀ ਉਹ ਸਾਹਮਣੇ ਆਇਆ, ਆ ਕੇ ਕਹਿਣ ਲੱਗਾ, ਐ ਗੁਰੂ ਤੇਗ ਬਹਾਦਰ ਮਹਾਰਾਜ, ਤੁਹਾਡੇ ਅੱਗੇ ਕੁਝ ਆਪਸ਼ਨਾਂ ਨੇ, ਤੁਸੀਂ ਦੀਨ ਕਬੂਲ ਕਰ ਲਵੋ, ਇਸਲਾਮ ਧਰਮ ਕਬੂਲ ਕਰ ਲਵੋ। ਅਗਰ ਨਹੀਂ ਵੀ ਕਰਨਾ, ਤੁਸੀਂ ਕਰਾਮਾਤ ਵਿਖਾਓ। ਮੈਂ ਸੁਣਿਆ ਤੁਹਾਡੇ ਵਿੱਚ ਕਰਾਮਾਤਾਂ ਬਹੁਤ ਨੇ, ਕਰਾਮਾਤ ਵਿਖਾਓ, ਸੋਹਣਾ ਜੀਵਨ ਹੰਡਾਓਗੇ, ਉੱਚੇ ਅਹੁਦੇ ਪ੍ਰਾਪਤ ਹੋਣਗੇ। ਅਗਰ ਨਹੀਂ ਤੁਸੀਂ ਸਾਡੀ ਈਨ ਮੰਨੋਗੇ, ਦੀਨ ਕਬੂਲ ਨਹੀਂ ਕਰੋਗੇ, ਤੁਹਾਨੂੰ ਬੜੀਆਂ ਸਜ਼ਾਵਾਂ ਭੁਗਤਣੀਆਂ ਪੈਣਗੀਆਂ। ਇਹ ਮਨੁੱਖਾ ਸਰੀਰ ਵਾਰ-ਵਾਰ ਨਹੀਂ ਮਿਲਦਾ, ਔਰ ਉੱਚੇ ਰੁਤਬੇ ਹਾਸਲ ਕਰੋਗੇ ਜੇ ਦੀਨ ਕਬੂਲ ਕਰ ਲਓਗੇ। ਸਤਿਗੁਰੂ ਜੀ ਕਹਿੰਦੇ ਨੇ ਇਹ ਨਹੀਂ ਹੋ ਸਕਦਾ। ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ ਸਾਹਮਣੇ ਖੜੇ ਨੇ। ਸਤਿਗੁਰਾਂ ਦੇ ਜਦੋਂ ਦਰਸ਼ਨ ਕੀਤੇ ਨਾ ਪਿੰਜਰੇ ਦੇ ਵਿੱਚ, ਮਨ ਬੜਾ ਉਤਾਮਲਾ ਹੋਇਆ। ਕਹਿਣ ਲੱਗਾ, ਸੱਚੇ ਪਾਤਸ਼ਾਹ, ਭਾਈ ਮਤੀ ਦਾਸ ਜੀ ਕਹਿਣ ਲੱਗੇ, ਸੱਚੇ ਪਾਤਸ਼ਾਹ, ਜੇ ਆਪ ਜੀ ਦਾ ਹੁਕਮ ਹੋਵੇ ਨਾ, ਤੇ ਗਰੀਬ ਨਿਵਾਜ਼ ਹੁਕਮ ਹੋਵੇ, ਤਾਂ ਮੈਂ ਦਿੱਲੀ ਤੇ ਲਾਹੌਰ ਦੀ ਇੱਟ ਨਾਲ ਇੱਟ ਖੜਕਾ ਕੇ ਰੱਖ ਦੇਵਾਂ। ਸਤਿਗੁਰੂ ਮੁਸਕਰਾਏ, ਕਹਿਣ ਲੱਗੇ, ਮਤੀ ਦਾਸ ਜੀ, ਇਹ ਤਾਕਤ ਕਿੱਥੋਂ ਮਿਲੀ ਹੈ? ਕਹਿਣ ਲੱਗੇ, ਸੱਚੇ ਪਾਤਸ਼ਾਹ, ਆਪ ਜੀ ਦੇ ਚਰਨਾਂ ਦੇ ਵਿੱਚੋਂ ਮਿਲੀ ਹੈ। ਜਲਾਦ ਨੇ ਸੁਣਿਆ, ਕਾਜੀ ਨੇ ਸੁਣਿਆ, ਦਰੋਗੇ ਨੇ ਸੁਣਿਆ। ਕਹਿਣ ਲੱਗੇ, ਇਹ ਇੰਨੀ ਤਾਕਤ ਦੀ ਗੱਲ ਕਰਦਾ ਹੈ, ਇਹ ਇੱਕ ਚੇਲਾ ਹੈ, ਇੰਨੀ ਤਾਕਤ ਦੀ ਗੱਲ ਕਰਦਾ ਹੈ, ਇਹਦੇ ਗੁਰੂ ਦੇ ਵਿੱਚ ਕਿੰਨੀ ਤਾਕਤ ਹੋਵੇਗੀ। ਫਿਰ ਦੁਹਰਾਇਆ ਗਿਆ, ਕੋਈ ਕਰਾਮਾਤ ਵਿਖਾਓ। ਸਤਿਗੁਰੂ ਜੀ ਕਹਿੰਦੇ, ਨਹੀਂ, ਕਰਾਮਾਤ ਨਾਮ ਕਹਿਰ ਦਾ ਹੈ, ਇਹ ਨਹੀਂ ਵਿਖਾਵਾਂਗੇ। ਨਿਰੰਕਾਰ ਦੇ ਭਾਣੇ ਦੇ ਵਿੱਚ ਰਵਾਂਗੇ। ਸਮਾਂ ਬਤੀਤ ਹੁੰਦਾ ਜਾ ਰਿਹਾ ਸੀ। ਜਲਾਦ ਸਾਹਮਣੇ ਆਇਆ, ਕਾਜੀ ਸਾਹਮਣੇ ਆਇਆ। ਕਹਿਣ ਲੱਗੇ ਭਾਈ ਮਤੀ ਦਾਸ ਜੀ ਨੂੰ, ਐ ਮਤੀ ਦਾਸ, ਤੇਰੀ ਆਵਾਜ਼ ਅਸਾਂ ਨੇ ਸੁਣੀ ਹੈ ਕਿ ਤੂੰ ਕਰਾਮਾਤਾਂ ਵਿਖਾ ਸਕਦਾ। ਕਹਿਣ ਲੱਗੇ, ਭਾਈ ਮਤੀ ਦਾਸ ਜੀ ਕਹਿੰਦੇ, ਅਸੀਂ ਗੁਰੂ ਦੇ ਹੁਕਮ ਅਨੁਸਾਰ ਹੋ ਕੇ ਚੱਲਦੇ ਹਾਂ। ਕਹਿਣ ਲੱਗੇ, ਤੇਰੇ ਕੋਲ ਸੋਹਣਾ ਸਮਾਂ ਹੈ, ਇਸਲਾਮ ਧਰਮ ਕਬੂਲ ਕਰ ਲੈ, ਉੱਚੇ ਰੁਤਬੇ ਮਿਲਣਗੇ, ਉੱਚੇ ਅਹੁਦੇ ਮਿਲਣਗੇ, ਸੋਹਣਾ ਜੀਵਨ ਬਤੀਤ ਕਰੋ, ਇਹ ਵਾਰ-ਵਾਰ ਨਹੀਂ ਮਿਲਣਾ। ਭਾਈ ਮਤੀ ਦਾਸ ਜੀ ਦਾ ਜਵਾਬ ਸੀ। ਕਹਿਣ ਲੱਗਾ, ਜਲਾਦਾ, ਤੂੰ ਵਾਰ-ਵਾਰ ਇਹ ਮਨੁੱਖਾ ਜਨਮ ਦੀ ਗੱਲ ਕਰਦਾ। ਮਨੁੱਖਾ ਜਨਮ ਤਾਂ ਕਈ ਵਾਰ ਮਿਲਿਆ ਹੋਵੇਗਾ, ਪਰ ਗੁਰੂ ਦੀ ਸਿੱਖੀ ਇੱਕ ਵਾਰ ਗਵਾਚ ਗਈ, ਹਜ਼ਾਰਾਂ ਜਨਮਾਂ ਬਾਅਦ ਵੀ ਇਹ ਪ੍ਰਾਪਤ ਨਹੀਂ ਹੋਣੀ। ਤੂੰ ਜੋ ਕਰਨਾ ਹੈ ਕਰ ਲੈ, ਅਸੀਂ ਆਪਣੀ ਸਿੱਖੀ ਤੇ ਬਰਕਰਾਰ ਹਾਂ। ਸਿੱਖੀ ਦਾ ਪੱਲਾ ਜਿਹੜਾ ਗੁਰੂ ਦਾ, ਉਹ ਨਹੀਂ ਛੱਡਾਂਗੇ। ਕਹਿਣ ਲੱਗਾ, ਫਿਰ ਤੈਨੂੰ ਫਤਵਾ ਲਾਇਆ ਗਿਆ, ਆਰੇ ਨਾਲ ਚੀਰ ਦਿੱਤਾ ਜਾਏਗਾ। ਭਾਈ ਮਤੀ ਦਾਸ ਜੀ ਦੇ ਸਾਹਮਣੇ ਜਲਾਦ ਨੇ ਇਸ਼ਾਰਾ ਕੀਤਾ, ਉਹ ਵੇਖ ਲਾ, ਆਰਾ ਜਿਹੜਾ ਹੈ ਉਹਨੂੰ ਤਿੱਖਾ ਕਰਿਆ ਜਾ ਰਿਹਾ ਹੈ, ਤੈਨੂੰ ਦੋਫਾੜ ਕਰ ਦਿੱਤਾ ਜਾਵੇਗਾ। ਭਾਈ ਮਤੀ ਦਾਸ ਜੀ ਕਹਿੰਦੇ, ਜੋ ਮਰਜ਼ੀ ਕਰ ਲਵੋ, ਪਰ ਮੈਂ ਗੁਰੂ ਦੇ ਚਰਨ ਨਹੀਂ ਛੱਡਾਂਗਾ। ਚਰਨ ਨਾ ਛਾਡੋ, ਸਰੀਰ ਕਲ ਜਾਈ। ਮੇਰਾ ਸਰੀਰ ਜਾਂਦਾ ਚਲਾ ਜਾਵੇ, ਪਰ ਗੁਰੂ ਦੇ ਚਰਨ ਨਹੀਂ ਛੱਡਣੇ। ਆਰਾ ਲਿਆਂਦਾ ਗਿਆ। ਭਾਈ ਮਤੀ ਦਾਸ ਜੀ ਨੂੰ ਫਟਿਆਂ ਦੇ ਨਾਲ ਲੱਤਾਂ ਔਰ ਬਾਹਾਂ ਜਿਹੜੀਆਂ ਸੀ ਉਹ ਬੰਨੀਆਂ ਗਈਆਂ, ਫਟੇ ਦੇ ਨਾਲ ਬੰਨਿਆ ਗਿਆ। ਸੀਸ ਤੋਂ ਦਸਤਾਰ ਉਤਾਰੀ ਗਈ। ਜਲਾਦ ਆਰਾ ਲੈ ਕੇ ਨੇੜੇ ਹੋਏ ਨੇ। ਫਿਰ ਪੁੱਛਿਆ ਗਿਆ, ਐ ਮਤੀ ਦਾਸਾ, ਅਜੇ ਵੀ ਤੇਰੇ ਕੋਲ ਸਮਾਂ ਹੈ, ਤੂੰ ਦੀਨ ਕਬੂਲ ਕਰ ਲੈ, ਸਿੱਖੀ ਦਾ ਛੱਡ ਦੇ। ਤੁਹਾਨੂੰ ਗੁਰੂ ਕੋਲੋਂ ਮਿਲਿਆ ਕੀ ਹੈ? ਅਗਰ ਜੇ ਤੁਸੀਂ ਇਸਲਾਮ ਵਿੱਚ ਆਓਗੇ ਤੇ ਬੜੇ ਰੁਤਬੇ ਮਿਲਣਗੇ। ਭਾਈ ਮਤੀ ਦਾਸ ਜੀ ਦਾ ਜਵਾਬ ਸੀ, ਜੋ ਸਾਨੂੰ ਗੁਰੂ ਦੇ ਚਰਨਾਂ ਵਿੱਚੋਂ ਪ੍ਰਾਪਤ ਹੋਇਆ ਹੈ, ਉਹ ਲੱਖਾਂ ਜਨਮਾਂ ਦੇ ਵਿੱਚ ਵੀ ਪ੍ਰਾਪਤ ਨਹੀਂ ਹੋਇਆ ਕਰਦਾ। ਤੇ ਕਾਜੀ ਨੇ ਪੁੱਛਿਆ, ਜੇ ਕੋਈ ਤੇਰੀ ਆਖਰੀ ਖੁਆਇਸ਼ ਹੈ ਉਹ ਦੱਸ ਦੇ, ਇਸ ਤੋਂ ਬਾਅਦ ਤਾਂ ਤੇਰੇ ਸਰੀਰ ਦੇ ਉੱਤੇ ਆਰਾ ਚੱਲ ਜਾਣਾ ਹੈ। ਪੁਰਾਤਨ ਸਮਿਆਂ ਦੇ ਅੰਦਰ ਇਹ ਇੱਕ ਰੀਤੀ ਚੱਲਦੀ ਆਉਂਦੀ ਹੈ, ਇੱਕ ਰਿਵਾਜ, ਇੱਕ ਕਾਨੂੰਨ ਚੱਲਦਾ ਆਉਂਦਾ ਹੈ। ਜਿਸ ਨੂੰ ਸਜ਼ਾ ਦੇਣੀ ਹੁੰਦੀ ਹੈ ਮੌਤ ਦੀ, ਉਹਨੂੰ ਵੀ ਪੁੱਛਿਆ ਜਾਂਦਾ, ਤੇਰੀ ਕੋਈ
आखिरी ख्वाहिश। भाई मती दास जी कहन लगे मेरी आखिरी यही ख्वाहिश है, जदों मेरे सीस दे उत्ते आरा चले मेरा मूँह जिहड़ा है वो गुरु चरनां वल होवे। धन गुरु तेग बहादुर महाराज सच्चे पातशाह जी मेरे सामने होण, आरा चलन का मैनू कोई डर नहीं है, कोई डर नहीं है आरा चलन का। जलाद नेड़े होए ने, आरा सीस दे उत्ते रखिया गया। भाई मती दास जी दे सीस दे उत्ते आरा रखिया गया, जलादा ने चलाया, थोड़ा जिहा चलिया, दंदे खुबे ने, सीस दे विच खून दे फुहारे चल पे। भाई मती दास जी का चेहरा दाड़ा खून दे नाल सारा शरीर भर गया। जलाद आरा चलाई जा रहे सी, भाई मती दास जी जपजी साहिब का जाप करते जा रहे सन। कई बार मन दे विच आउंदी है, आरे थले खलो के भी, आरे नाल तन चरमाउंदे होए भी सिख जिहड़ा जपजी साहिब पढ़ रहा है, ते वेखण नूं मिलदा कई घर अपने आप नूं गुरसिख अकमाउंदे ने ते घर विचों जपजी साहिब दा गुटका साहब नहीं लभदा। कदे विचार के वेखो, असीं भी सिख हां, गुरबाणी नाल जुड़ीए। आरे नाल तन चीरिया जा रहा सी, लोकां दा हजूम वेख रहा सी भी अज तिकर लकड़ां चीरियां जा रहीआं, आरे नाल तां बड़ियां वेखियां सी, अज मनुखा शरीर आरे नाल चीरिया जा रहा सी। ਉਹ भी जिहदा शरीर चीरिया जा रहा है वो टस तो मस नहीं सी हो रहा, चेहरे का खिड़ाओ जिहड़ा सी उस तरह खिड़िया होया सी। आरा चलदा गया, आरा चलदियां चलदियां इतिहास लिखदा है, कवि संतोख सिंह जी लिखते हैं कि आरा चलदा गया और दो फाड़ हो के सिख का शरीर जिहड़ा सी एक उधर डिग पिया, एक उधर डिग पिया। उधर शरीर दो फाड़ हो गया, उधरों दो शरीरों के विचों, दो टुकड़ियां के विचों सलोक की आवाज़ आई, पवन गुरु पानी पिता माता तरत महत, दिवस रात दोए दाई दाया, खेलै सगल जगत चंगियाइयां बुराइयां, वाचै धर्म हदूर करमी आपो अपनी, के नेड़े के दूर जिनी नाम ते आया, गए मशक्कत घाल नानक ते मुख उजले, खेती छुट्टी नाल। शरीर ठंडा हो गया भाई मती दास जी का। जलादा ने वेख्या। इस तो बाद भाई दयाला जी की वारी आई। भाई दयाला जी के अगे भी उही सवाल रखे गए, इस्लाम दीन कबूल कर ले, जीवन प्राप्त करेगा, उच्चे ओहदे रुतबे प्राप्त करेगा, नहीं तो आ तेरे सामने जिवें मती दास नूं चीर दिता गया है, तेरे वास्ते कुर्बानी का नवा ढंग है। आओ सामने उबलती पई देग, उहदे विच तैनूं उबाला दे के शहीद किया जाएगा। भाई दयाला जी मुस्कराए, कहन लगे मैं धन गुरु अर्जन देव महाराज सच्चे पातशाह जी की शहादत नूं याद करिया करदा सां। मेरे लिए वड्डे भाग ने जो मैं धन गुरु अर्जन देव महाराज सच्चे पातशाह जी नूं देग च उबालिया गया सी। सिख दे वास्ते वड्डे भाग ने जो मैनू भी देग दे विच उबाल के शहीद किया जाएगा। भाई दयाला जी दे अगे भी उही कुछ रखिया गया, लालच दिते गए, डरावे दिते गए, अहुदियां दे लालच दिते गए। पर भाई दयाला जी ने आख्या मैनू गुरु की सिक्खी प्यारी है, गुरु का प्यार, गुरु के चरणों का मैनू प्यार जिहड़ा है वो मेरे लिए सब कुछ है, तुसी जलादा जो करना है करो। तो फिर की सी, भाई दयाला जी नूं भी देग दे विच उबाला दिता गया, बिठा दिता गया। जपजी साहिब का जाप करदा होया सिख जिहड़ा सी वो शहादत का जाम पी गया। और इस तो बाद वारी आई भाई सती दास जी की, जो भाई मती दास जी के सक्के भरा ने। और मैं जिक्र कर देवां भाई मती दास जी का सारे का सारा परिवार जिहड़ा गुरु घर तो कुर्बान होया है। कुर्बानियां कहन मैं कह रहा, आप सुन रहे हो, कोई औखा काम नहीं है, पर कुर्बान होना धर्म के उत्तों बड़ा औखा काम है। साडे कोल तां इन्ना समा नहीं कि उन्होंने कुर्बानियां एडियां वड्डियां कीतियां ने कि असीं उन्हां दीयां कुर्बानियां नूं सरवण ही कर लईए बैठ के।
ਅਸੀਂ ਕਿਹੜੇ ਪਾਸਿਓਂ ਸਿੱਖ ਹਾਂ ਸਮਝ ਨਹੀਂ ਆਉਂਦੀ ਕਿ ਉਹਨਾਂ ਦੀਆਂ ਕੁਰਬਾਨੀਆਂ ਨੂੰ ਅਸੀਂ ਮਨ ਚਿੱਤ ਲਾ ਕੇ ਯਾਦ ਹੀ ਕਰ ਲਈਏ। ਕੁਰਬਾਨੀ ਕਰਨ ਜੋਗੇ ਤਾਂ ਅਸੀਂ ਨਹੀਂ, ਯਾਦ ਹੀ ਕਰ ਲਈਏ। ਭਾਈ ਸਤੀ ਦਾਸ ਜੀ ਨੂੰ ਲਿਆਂਦਾ ਗਿਆ, ਉਹਦੇ ਉੱਤੇ ਰੂੰ ਲਪੇਟੀ ਗਈ। ਵੇਖੋ, ਆਪਾਂ ਵੀ ਦੁਨੀਆਦਾਰੀ ਦੇ ਅੰਦਰ ਵਿਚਰਦੇ ਹਾਂ। ਕਿਸੇ ਮਨੁੱਖ ਦੇ ਮ੍ਰਿਤਕ ਸਰੀਰ ਦਾ ਅੰਤਮ ਸੰਸਕਾਰ ਕਰਨਾ ਹੋਵੇ ਨਾ, ਤੇ ਕਿੰਨੀਆਂ ਲੱਕੜਾਂ ਜਿਹੜੀਆਂ ਨੇ, ਘੱਟੋ ਘੱਟ 9 ਮਣ ਕਹਿੰਦਾ, ਕੋਈ 9 ਪੌਣੇ 9 ਮਣ ਕਹਿੰਦਾ, ਲਿਆਂਦੀਆਂ ਜਾਂਦੀਆਂ ਨੇ ਵੀ ਇੰਨੀਆਂ ਲੱਕੜਾਂ ਲਿਆਓ ਤਾਂ ਮ੍ਰਿਤਕ ਸਰੀਰ ਦਾ ਸੰਸਕਾਰ ਹੋਏਗਾ। ਪਰ ਇਹਦੇ ਜਿਉਂਦੇ ਸਿੱਖ ਦੇ ਸਰੀਰ ਦੇ ਦੁਆਲੇ ਮਾਮੂਲੀ ਜੀ ਰੂੰ ਲਪੇਟੀ ਗਈ। ਕਾਹਦੇ ਵਾਸਤੇ? ਤਸੀਹੇ ਦੇਣ ਵਾਸਤੇ ਰੂੰ ਲਪੇਟੀ ਗਈ। ਰੂੰ ਲਪੇਟਣ ਤੋਂ ਬਾਅਦ ਪੁੱਛਿਆ ਗਿਆ, ਤੇਰੀ ਕੋਈ ਆਖਰੀ ਇੱਛਾ? ਕਹਿੰਦਾ, ਮੇਰੇ ਵੀਰ ਤਰ੍ਹਾਂ ਮੇਰੀ ਵੀ ਆਖਰੀ ਇੱਛਾ ਹੈ, ਜਦੋਂ ਮੈਨੂੰ ਅੱਗ ਦੇ ਹਵਾਲੇ ਕੀਤਾ ਜਾਵੇ, ਮੇਰਾ ਮੂੰਹ ਜਿਹੜਾ ਸੀ ਉਹ ਗੁਰੂ ਚਰਨਾਂ ਵੱਲ, ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਵੱਲੇ ਕੀਤਾ ਜਾਵੇ। ਜਲਾਦਾਂ ਨੇ ਨੇੜੇ ਹੋ ਕੇ ਅੱਗ ਲਗਾ ਦਿੱਤੀ। ਭਾਈ ਸਤੀ ਦਾਸ ਜੀ ਸੱਚਮੁੱਚ ਸਤੀ ਹੋ ਗਏ, ਗੁਰੂ ਤੋਂ ਕੁਰਬਾਨ ਹੋ ਗਏ। ਅੱਗ ਲੱਗੀ, ਲੋਕ ਵੇਖ ਰਹੇ ਸਨ, ਔਰ ਭਾਈ ਸਤੀ ਦਾਸ ਜੀ ਦੇ ਮੁਖਾਰ ਬਿੰਦ ਚੋਂ ਇੱਕ ਲਫ਼ਜ਼ ਵੀ ਹਾਏ ਦਾ ਨਹੀਂ ਸੀ ਨਿਕਲਿਆ। ਅੱਜ ਕਿਤੇ ਵੇਖੀਏ, ਕਿਤੇ ਮਾੜੀ ਜੀ ਸਾਨੂੰ ਕੋਈ ਕੰਮ ਕਰਦਿਆਂ ਚੁਆਤੀ ਲੱਗ ਜਾਵੇ ਨਾ, ਕੋਈ ਥੋੜ੍ਹੀ ਬਾਲੀ, ਤੇ ਕਈ ਦਿਨ ਸਾਡਾ ਇਲਾਜ ਚੱਲਦਾ ਹੈ। ਪਰ ਭਾਈ ਸਤੀ ਦਾਸ ਜੀ ਆ ਰੂੰ ਦੇ ਵਿੱਚ ਲਪੇਟ ਕੇ ਅੱਗ ਦੇ ਹਵਾਲੇ ਕਰ ਦਿੱਤੇ ਗਏ। ਅਡੋਲ ਖੜੇ ਹੋਏ ਜਪਜੀ ਸਾਹਿਬ ਦਾ ਜਾਪ ਕਰ ਰਹੇ ਸੀ। ਅਖੀਰ ਨਿਢਾਲ ਹੋ ਕੇ ਸਰੀਰ ਜਿਹੜਾ ਸੀ ਧਰਤੀ ਤੇ ਡਿੱਗ ਪਿਆ, ਔਰ ਫੇਰ ਵੀ ਜਪਜੀ ਸਾਹਿਬ ਦਾ ਜਾਪ ਜਿਹੜਾ ਸੀ ਉਹ ਚੱਲ ਰਿਹਾ ਸੀ। ਲੋਕ ਸੁਣ ਰਹੇ ਸਨ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਪਿੰਜਰੇ ਦੇ ਵਿੱਚ ਬੈਠੇ ਵੇਖ ਰਹੇ ਸਨ ਇਹ ਦ੍ਰਿਸ਼ ਸਾਹਮਣੇ। ਇਹ ਕੋਈ ਬਣਾਉਟੀ ਕਹਾਣੀ ਨਹੀਂ ਹੈ, ਇਹ ਵਾਪਰਿਆ ਚਾਂਦਨੀ ਚੌਂਕ ਦੇ ਅੰਦਰ। ਸਤਿਗੁਰੂ ਜੀ ਆਪਣੀਆਂ ਅੱਖਾਂ ਦੇ ਨਾਲ ਵੇਖ ਰਹੇ ਸਨ। ਉਹ ਮਤੀ ਦਾਸ ਨੂੰ ਵੀ ਜਦੋਂ ਵੇਖਿਆ ਆਰੇ ਨਾਲ ਚਰੀਂਦਿਆਂ ਆਪਣੀਆਂ ਅੱਖਾਂ ਦੇ ਨਾਲ, ਕਹਿ ਦਿੱਤਾ, ਮਤੀ ਦਾਸਾ ਧੰਨ ਹੈ ਤੂੰ, ਧੰਨ ਹੈ ਤੂੰ, ਧੰਨ ਹੈ ਤੇਰੀ ਸਿੱਖੀ। ਭਾਈ ਦਿਆਲਾ ਜੀ ਨੂੰ ਦੇਗ ਵਿੱਚ ਉਬਲਦਿਆਂ ਵੇਖਿਆ ਤੇ ਕਹਿ ਦਿੱਤਾ, ਭਾਈ ਦਿਆਲਾ ਜੀ ਧੰਨ ਹੈ ਤੂੰ, ਧੰਨ ਹੈ ਤੇਰੀ ਸਿੱਖੀ। ਹਰ ਹੁਣ ਅੱਖਾਂ ਸਾਹਮਣੇ ਭਾਈ ਸਤੀ ਦਾਸ ਜੀ ਰੂਹ ਵਿੱਚ ਲਪੇਟ ਕੇ ਉਹ ਸ਼ਹੀਦ ਹੋ ਰਿਹਾ ਸੀ। ਸਤਿਗੁਰਾਂ ਦੇ ਮੁਖਾਰ ਬਿੰਦ ਚੋਂ ਇਹੀ ਨਿਕਲ ਰਿਹਾ ਸੀ, ਧੰਨ ਹੈ ਭਾਈ ਸਤੀ ਦਾਸ, ਧੰਨ ਹੈ ਤੇਰੀ ਸਿੱਖੀ। ਇਉਂ ਸਤਿਗੁਰਾਂ ਨੇ ਫਰਮਾਨ ਕੀਤਾ। ਇਧਰੋਂ ਭਾਈ ਸਤੀ ਦਾਸ ਜੀ ਰੂਹ ਦੇ ਵਿੱਚ ਲਪੇਟੇ ਹੋਏ ਸਰੀਰ ਉਹਨਾਂ ਦਾ ਸੜ ਰਿਹਾ ਸੀ, ਪਰ ਅੰਦਰ ਸ਼ਾਂਤ ਸੀ। ਜਪਜੀ ਸਾਹਿਬ ਦੀ ਸਮਾਪਤੀ ਕਰਨ ਉਪਰੰਤ ਇਹਨਾਂ ਦਾ ਵੀ ਸਰੀਰ ਠੰਡਾ ਹੋ ਗਿਆ, ਔਰ ਸੱਚਖੰਡ ਨੂੰ ਚਾਲੇ ਪਾ ਦਿੱਤੇ, ਗੁਰੂ ਚਰਨਾਂ ਦੇ ਵਿੱਚ ਬਿਰਾਜਮਾਨ ਹੋਏ। ਇਹ ਵਾਕਿਆਤ ਹੋਇਆ 10 ਨਵੰਬਰ 1675 ਦੇ ਵਿੱਚ। ਸ਼ਾਮ ਪੈ ਚੁੱਕੀ ਸੀ। ਲੋਕ ਮੂੰਹਾਂ ਦੇ ਵਿੱਚ ਉਂਗਲਾਂ ਲੈ ਕੇ ਖੜੇ ਹੋਏ ਸਨ। ਪਰ ਮੈਂ ਜ਼ਿਕਰ ਕਰ ਦੇਵਾਂ, ਇਸ ਭੀੜ ਦੇ ਵਿੱਚ ਹੋਰ ਵੀ ਸਿੱਖ ਖੜੇ ਹੋਣਗੇ ਜਿਨ੍ਹਾਂ ਨੇ ਇਹ ਦ੍ਰਿਸ਼ ਵੇਖ ਕੇ ਗੁਰਸਿੱਖਾਂ ਨੂੰ ਸ਼ਹੀਦੀ ਹੁੰਦਿਆਂ ਆਪਣੀਆਂ ਅੱਖਾਂ ਦੇ ਨਾਲ ਤੱਕਿਆ ਹੋਵੇਗਾ, ਪਰ ਸਰਕਾਰ ਦੇ ਡਰ ਦੇ ਮਾਰੇ ਉਹਨਾਂ ਨੇ ਆਪਣੀਆਂ ਅੱਖਾਂ ਦੇ ਵਿੱਚ ਅੱਥਰੂਆਂ ਨੂੰ ਵੀ ਦਬੋਚ ਲਿਆ ਹੋਵੇਗਾ। ਭੀੜ ਦੇ ਵਿੱਚ ਖੜਾ ਹੋਇਆ ਭਾਈ ਜੈਤਾ ਜੀ, ਜੋ ਆਪਣੀਆਂ ਅੱਖਾਂ ਦੇ ਨਾਲ ਉਹਨੇ ਇਹ ਸਾਰਾ ਕੁਝ ਵੇਖਿਆ, ਮਨ ਦੇ ਵਿੱਚ ਸੀ ਸ਼ਾਇਦ ਕਿਤੇ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਅੱਜ ਹੀ ਸ਼ਹੀਦ ਕਰ ਦਿੱਤਾ ਜਾ ਗਿਆ ਤੇ ਮੈਂ ਉਹਨਾਂ ਦੇ ਪਵਿੱਤਰ ਸੀਸ ਨੂੰ ਸੰਭਾਲਣਾ ਹੈ। ਪਰ ਇਹ ਸ਼ਾਮ ਦਾ ਸਮਾਂ ਹੋ ਗਿਆ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਮੁੜ ਦੁਬਾਰਾ ਉਸੇ ਹਵੇਲੀ ਦੇ ਵਿੱਚ ਕੈਦ ਕੀਤਾ ਗਿਆ, ਔਰ ਬੁਨਿਆਦੀ ਫੇਰੀ ਗਈ ਸਰਕਾਰ ਦੇ ਵੱਲੋਂ, ਔਰੰਗਜ਼ੇਬ ਦੇ ਵੱਲੋਂ, ਕਿ ਕੱਲ੍ਹ ਨੂੰ ਫੇਰ ਇਸੇ ਤਰ੍ਹਾਂ ਸਾਰੇ ਲੋਕ ਇਕੱਤਰ ਹੋਣ ਇਸ ਚਾਂਦਨੀ ਚੌਂਕ ਦੇ ਅੰਦਰ।
ਤੇ ਸਿੱਖਾਂ ਦੇ ਗੁਰੂ ਤੇਗ ਬਹਾਦਰ ਨੂੰ ਕੱਲ ਨੂੰ ਮੌਤ ਦੇ ਘਾਟ ਉਤਾਰਿਆ ਜਾਣਾ। ਆਪਾਂ ਸ਼ਹੀਦ ਕਵਾਂਗੇ, ਉਹ ਲੋਕ ਤਾਂ ਇਉਂ ਹੀ ਕਹਿਣਗੇ ਨਾ, ਦੁਸ਼ਮਣ ਸ਼ਹੀਦ ਥੋੜੀ ਕਵੇਗਾ। ਤੇਗ ਬਹਾਦਰ ਨੂੰ ਕੱਲ ਨੂੰ ਇਸ ਚਾਂਦਨੀ ਚੌਂਕ ਦੇ ਅੰਦਰ ਇਸੇ ਤਰ੍ਹਾਂ ਕਤਲ ਕੀਤਾ ਜਾਏਗਾ। ਸਾਰੇ ਲੋਕ ਇੱਥੇ ਵੇਖਣ ਵਾਸਤੇ ਪਹੁੰਚਣ। ਇਹ ਬੁਨਿਆਦੀ ਫੇਰਨ ਦਾ ਕਾਰਨ ਕੀ ਸੀ ਕਿ ਜੋ ਲੋਕ ਬਗਾਵਤ ਕਰਦੇ ਨੇ ਸਰਕਾਰ ਦੇ ਖਿਲਾਫ, ਉਹ ਵੇਖਣ ਕਿ ਆਹ ਅਸਰ ਹੁੰਦਾ ਹੈ ਸਰਕਾਰ ਦੇ ਖਿਲਾਫ ਵਿਰੁੱਧ ਬੋਲਣ ਦਾ। ਇਸ ਕਰਕੇ ਕੋਈ ਯਤਨ ਨਾ ਕਰੇ ਕਿ ਸਰਕਾਰ ਦੇ ਵਿਰੁੱਧ ਬਗਾਵਤ ਕਰਨਾ। ਇਸ ਕਰਕੇ ਚਾਂਦਨੀ ਚੌਂਕ ਨੂੰ ਚੁਣਿਆ ਗਿਆ ਜਿੱਥੇ ਲੋਕਾਂ ਦਾ ਭਾਰੀ ਇਕੱਠ ਜਿਹੜਾ ਹੈ ਉਹ ਹੋ ਸਕੇ। ਸਾਰੀ ਰਾਤ ਸਤਿਗੁਰੂ ਜੀ ਉਸ ਹਵੇਲੀ ਦੇ ਅੰਦਰ ਰਹੇ ਨੇ, ਪਿੰਜਰੇ ਦੇ ਵਿੱਚ ਨੇ। ਪਿੰਜਰਾ ਬੜਾ ਭਿਆਨਕ ਹੈ, ਜਿਵੇਂ ਆਪਾਂ ਪਹਿਲਾਂ ਜ਼ਿਕਰ ਕੀਤਾ। ਹਰ ਪਾਸੇ ਸੁੰਬੇ ਲੱਗੇ ਹੋਏ ਨੇ, ਤਿੱਖੀਆਂ ਘੋਪਾਂ ਲੱਗੀਆਂ ਹੋਈਆਂ ਨੇ, ਸਤਿਗੁਰਾਂ ਦੇ ਸਰੀਰ ਨੂੰ ਜ਼ਖਮੀ ਕਰਦੀਆਂ ਨੇ। ਸਾਰੀ ਰਾਤ ਸਤਿਗੁਰਾਂ ਦੇ ਸਾਹਮਣੇ ਉਹ ਦ੍ਰਿਸ਼ ਆਉਂਦਾ ਰਿਹਾ ਜੋ ਇੱਕ ਦਿਨ ਪਹਿਲਾਂ ਬਤੀਤ ਹੋਇਆ ਸੀ, ਕਿਵੇਂ ਭਾਈ ਮਤੀ ਦਾਸ ਜੀ, ਸਤੀ ਦਾਸ ਜੀ, ਭਾਈ ਦਿਆਲਾ ਜੀ ਨੂੰ ਸ਼ਹੀਦ ਕੀਤਾ ਗਿਆ। ਹੁਣ ਦੂਸਰਾ ਦਿਨ ਆਇਆ, ਦਿਨ ਚੜ੍ਹਿਆ। ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਲਿਆਂਦਾ ਗਿਆ ਚਾਂਦਨੀ ਚੌਂਕ ਦੇ ਵਿੱਚ। ਉਸੇ ਤਰ੍ਹਾਂ ਲੋਕਾਂ ਦਾ ਇਕੱਠ ਜਿਹੜਾ ਸੀ ਹੋਣਾ ਸ਼ੁਰੂ ਹੋ ਗਿਆ। ਲੋਕ ਵੇਖਣ ਵਾਸਤੇ ਆਏ ਨੇ ਕਿ ਅੱਜ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਕਿਵੇਂ ਸ਼ਹੀਦ ਕੀਤਾ ਜਾਵੇਗਾ। ਇਤਿਹਾਸ ਲਿਖਦਾ ਹੈ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਪਿੰਜਰੇ ਚੋਂ ਕੱਢਿਆ ਗਿਆ। ਫਿਰ ਉਹੀ ਸਵਾਲ ਦੁਹਰਾਏ ਗਏ, ਐ ਤੇਗ ਬਹਾਦਰ, ਤੇਰੇ ਕੋਲ ਸੋਹਣਾ ਸਮਾਂ ਹੈ। ਕੱਲ ਵੇਖ, ਤੇਰੀਆਂ ਅੱਖਾਂ ਦੇ ਸਾਹਮਣੇ ਤੇਰੇ ਤਿੰਨਾਂ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਹੈ। ਅੱਜ ਤੈਨੂੰ ਵੀ ਕਰ ਦਿੱਤਾ ਜਾਏਗਾ। ਅੱਜ ਜੀ ਤੇਰੇ ਕੋਲ ਸਮਾਂ ਹੈ, ਆਪਣੀ ਜ਼ਿੰਦਗੀ ਬਚਾ ਲੈ, ਕਰਾਮਾਤ ਵਿਖਾਓ, ਜਾਂ ਇਸਲਾਮ ਕਬੂਲ ਕਰੋ ਜਾਂ ਮਰਨ ਵਾਸਤੇ ਤਿਆਰ ਹੋ ਜਾਓ। ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਵਾਬ ਦਿੱਤਾ, ਨਾ ਅਸੀਂ ਕਰਾਮਾਤ ਵਿਖਾਉਣੀ ਹੈ ਔਰ ਨਾ ਹੀ ਦੀਨ ਕਬੂਲ ਕਰਨਾ ਹੈ, ਔਰ ਸਾਨੂੰ ਜਿਹੜੀ ਤੁਹਾਡੇ ਤੀਜਾ ਜਿਹੜਾ ਤੁਹਾਡਾ ਹੁਕਮ ਹੈ ਉਹ ਅਸੀਂ ਕਬੂਲ ਕਰਦੇ ਹਾਂ, ਸਾਨੂੰ ਸ਼ਹਾਦਤ ਮਨਜ਼ੂਰ ਹੈ। ਇਤਿਹਾਸ ਲਿਖਦਾ ਹੈ ਸਤਿਗੁਰਾਂ ਨੂੰ ਇੱਕ ਦਰਖਤ ਦਾ ਜਿਹੜਾ ਬੋਹੜ ਦਾ ਦਰਖਤ ਹੋਇਆ ਕਰਦਾ ਸੀ, ਉਹਨਾਂ ਦਿਨਾਂ ਦੇ ਅੰਦਰ ਚਾਂਦਨੀ ਚੌਂਕ ਦੇ ਸਤਿਗੁਰਾਂ ਨੂੰ ਉਹਦੇ ਕੋਲ ਬਿਠਾਇਆ ਗਿਆ। ਸਤਿਗੁਰਾਂ ਦੇ ਕੋਲ ਕਾਜ਼ੀ ਆਇਆ ਔਰ ਕਾਜ਼ੀ ਆ ਕੇ ਅਬਦੁਲ ਵਹਾਬ ਕਹਿਣ ਲੱਗਾ, ਐ ਤੇਗ ਬਹਾਦਰ, ਤੈਨੂੰ ਸ਼ਾਇਦ ਪਤਾ ਨਹੀਂ ਹੈ, ਅਸੀਂ ਖਾਨਦਾਨੀ ਕਾਜ਼ੀ ਹਾਂ। ਮੇਰਾ ਪਿਓ ਵੀ ਕਾਜ਼ੀ ਸੀ, ਮੇਰਾ ਦਾਦਾ ਵੀ ਕਾਜ਼ੀ ਸੀ, ਅਸੀਂ ਹੁਣ ਮੈਂ ਵੀ ਕਾਜ਼ੀ ਹਾਂ, ਅਸੀਂ ਖਾਨਦਾਨੀ ਕਾਜ਼ੀ ਹਾਂ। ਤੇ ਕਹਿਣ ਲੱਗਾ, ਆ ਤੇਰੇ ਕੋਲ ਅਸੀਂ ਇਹੀ ਔਰੰਗਜ਼ੇਬ ਦਾ ਸੰਦੇਸ਼ਾ ਲੈ ਕੇ ਆਏ ਹਾਂ, ਤੇਰੇ ਕੋਲ ਸਮਾਂ ਹੈ, ਤੂੰ ਆਪਣੀ ਜਾਨ ਜਿਹੜੀ ਹੈ ਉਹਨੂੰ ਬਚਾ ਲੈ। ਉਸ ਤੋਂ ਬਾਅਦ ਜਲਾਦ ਜਲਾਲੂਦੀਨ ਸਤਿਗੁਰਾਂ ਦੇ ਸਾਹਮਣੇ ਆਇਆ, ਕਹਿਣ ਲੱਗਾ, ਮੈਂ ਵੀ ਤੈਨੂੰ ਆਪਣੇ ਬਾਰੇ ਦੱਸ ਦੇਵਾਂ, ਐ ਤੇਗ ਬਹਾਦਰ, ਅਸੀਂ ਖਾਨਦਾਨੀ ਜਲਾਦ ਹਾਂ। ਮੇਰਾ ਬਾਪ ਵੀ ਜਲਾਦ ਸੀ, ਮੇਰਾ ਦਾਦਾ ਪੜਦਾਦਾ ਵੀ ਜਲਾਦ ਸੀ, ਹੁਣ ਮੈਂ ਵੀ ਜਲਾਦ ਹਾਂ। ਉਸ ਤੋਂ ਉਪਰੰਤ ਦਰੋਗਾ ਅਬਦੁੱਲਾ ਆਇਆ, ਕਹਿਣ ਲੱਗਾ, ਐ ਤੇਗ ਬਹਾਦਰ, ਮੇਰੇ ਬਾਰੇ ਸ਼ਾਇਦ ਤੈਨੂੰ ਨਾ ਪਤਾ ਹੋਵੇ, ਮੈਂ ਵੀ ਤੈਨੂੰ ਦੱਸ ਦਿਆਂ, ਅਸੀਂ ਖਾਨਦਾਨੀ ਦਰੋਗੇ ਹਾਂ, ਮੇਰਾ ਪਿਓ ਦਾਦਾ ਵੀ ਦਰੋਗਾ ਸੀ, ਮੈਂ ਵੀ ਦਰੋਗਾ। ਤੇ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਮੁਸਕਰਾਏ, ਕਹਿਣ ਲੱਗੇ, ਕਮਾਲ ਹੋ ਗਈ ਹੈ ਉਸ ਪਰਮਾਤਮਾ ਵਾਹਿਗੁਰੂ ਦੀ ਵੀ, ਜੇ ਤੂੰ ਖਾਨਦਾਨੀ ਕਾਜ਼ੀ ਹੈ, ਜੇ ਤੂੰ ਖਾਨਦਾਨੀ ਜਲਾਦ ਹੈ, ਜੇ ਤੂੰ ਖਾਨਦਾਨੀ ਦਰੋਗਾ ਹੈ, ਤੇ ਅੱਜ ਤੁਹਾਡੇ ਸਾਹਮਣੇ ਜਿਹੜਾ ਬੈਠਾ ਹੈ ਇਹ ਖਾਨਦਾਨੀ ਸ਼ਹੀਦ ਹੈ। ਮੈਂ ਖਾਨਦਾਨੀ ਸ਼ਹੀਦ ਹਾਂ, ਮੇਰਾ ਦਾਦਾ ਸ਼ਹੀਦ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ, ਔਰ ਮੈਂ ਵੀ ਅੱਜ ਸ਼ਹੀਦ ਹੋਣ ਵਾਸਤੇ ਆਇਆ ਹਾਂ।
पर इथों इस तो अगे जाके फर्क पै जाना है। कहता किहड़ा फर्क पै जाना है? सतगुरु जी कहते फर्क ये पै जाना है, तुहाडे खानदान दे अंदर हो सकता है काजी ना रह जान, तुहाडे खानदान दे अंदर हो सकता है जलादां दी पदवी खत्म हो जावे, हो सकता है तुहाडे खान दे अंदर दरोगियां दे अहुदे जिहड़े ने वो खो लैण, खत्म हो जाण, पर आउण वालियां मेरियां पुश्तां दे विच कुर्बानियां दा सिलसिला कदे भी खत्म नहीं होएगा। मेरे खानदान दे अंदर इस तरह कुर्बानियां दा सिलसिला चलदा रहेगा। जदों जदों भी देश नूं कौम नूं कुर्बानी की जरूरत पवेगी, मेरियां आउण वालियां पुश्तां जिहड़ियां ने देश कौम दे उत्तों कुर्बान हुंदियां रहणगीਆਂ। इउं सतगुरां ने मोड़वां जवाब दिता। जलाद ने काजी ने पुछया, ऐ गुरु तेग बहादुर जी तू मरना ही कबूल कीता है तो तेरी कोई आखिरी इच्छा है तां दस दे। सतगुरु जी ने कई दिन हो गए सी जदों आनंदपुर साहिब तो चले सन, इशनान नहीं सी कीता ते सतगुरु जी कहन लगे भाई होर कोई साडी इच्छा नहीं, सानू बस इशनान कराया जाए। इतिहास लिखदा, लोग कहंदे ने कि अज भी वो खूही जिहड़ी है वो मौजूद है उसे चांदनी चौंक दे विच, अज भी वो खूही मौजूद है जितों पानी कढ़ के सतगुरां नूं आखिरी सरीरक तौर पर इशनान कराया गया। हुण जलाद जिहड़ा सी वो सामने आया, शाम पैंदी पई है, लोग बेअंत इकट्ठे होए ने चांदनी चौंक दे अंदर, वेख रहे ने भी हुण की होएगा। इतने नूं जलाद जिहड़ा सी हत्थ दे विच तलवार लैके सतगुरां दे कोल पहुंचिया। सतगुरु धन गुरु तेग बहादुर महाराज सच्चे पातशाह अडोल बैठे हुए ने। जलाद सामने खड़ा है, तलवार हत्थ दे विच लई हुई है, काजी खड़ा है, कोतवाल खड़ा है, दरोगा खड़ा है, बहुत सारे लोग एहलकार सरकारी खड़े हुए ने। इधर जलाद ने धन धन साहिब श्री गुरु तेग बहादुर महाराज सच्चे पातशाह जी दे कोल आके दोवां हत्थां दे नाल तलवार लई और इक्को वार करन दे नाल धन धन साहिब श्री गुरु तेग बहादुर महाराज सच्चे पातशाह जी का सीस जिहड़ा सी वो धड़ दे नालों अलग हो गया। लोकां ने वेख्या, हजूम ने वेख्या, इउं सतगुरां दी शहादत हुई है। लोकां विच हफड़ा दफड़ी मच गई और इतिहास इतों तिकर लिखदा है कि उस वेले बड़ी काली बोली हनेरी जिहड़ी सी वो चली। लोकां दे विच हफड़ा दफड़ी मच गई, कोई इधर भजदा सी, कोई उधर भजदा सी, आपो अपने घरां नूं लोक जा रहे सन भज नट के। इधर लोकां दी भीड़ दे विच खड़ा होया भाई जैता जी, जो अपने नाल कुछ कपड़े लैके आया सी, पता सी ये भाणा वरतना है, मन ही मन विच अरदास कर रहा सी, धन गुरु तेग बहादुर महाराज सच्चे पातशाह, जो मैं कल वेख्या सी सिखां नूं शहीद हुंदियां अपनी अखां दे नाल, अज भाणा वरत गया है, ते सच्चे पातशाह मैं अपने हौसले नूं बुलंद रखां। इन्हें दौड़ के जाके सतगुरां दा पवित्र सीस जिहड़ा सी उन्हां कपड़ियां दे विच लपेटिया और उत्थों तुरदा बनिया। भाई लखी शाह वणजारा जो गड्डे लैके, पता सी ये भाणा वरतना, क्योंकि बुनियादी फेरी गई, सारे लोगों को पता सी, दिल्ली के लोगों को, अपने गड्डे लैके व्यापारी सी ना, गड्डियां ते व्यापार करदा सी, गड्डे लैके आया, लोगों की भीड़ इधर उधर भज रही सी। भाई लखी शाह वणजारे ने सतगुरां दे पवित्र सीस नूं चकिया और उन्हां गड्डियां ते लद के अपने घर दे विच लै गया। घर दे विच लिजा के लखी शाह वणजारे ने अपने घर नूं ही अग ला दित्ती कि इस तो पहलां कि सतगुरां दे धड़ दा जिक्र होवे, कोई पूण छांट होवे, उस तो पहलां ही अपने घर नूं अग लगा दित्ती। लोग वेख रहे सन। भाई लखी शाह वणजारा अपने परिवार समेत बाहर खड़ा वेख रहा सी, सारा समान सड़ रहा सी, सतनाम दा जाप कर रहा सी और लोग आके कह रहे सन, लखी शाह तेरे नाल बड़ा माड़ा होया, तेरा घर ही सड़ गया, अज तो बाद
तेरा घर पता नहीं किवें बनेगा, सारा माल सबाब जिहड़ा जिन्ना सी सारा कुछ सड़ के तेरा सवाह हो गया, तेरा तो घर ही नहीं रहा। पर किसे नूं की पता सी दुनिया दे लोकां दे घर उजड़दे रहणगे, वसदे रहणगे, पर लखी शाह वणजारे दा घर तां इहो जिहा वस गया जदों तिकर संसार रहेगा। भाई लखी शाह वणजारे दे घर कदे भी उजड़ेगा नहीं, अज भी वह वसदा है, रहिंदी दुनिया तिकर वसदा रहना है। उत्थे ਉਹਦੀ चौकट के उत्ते लोग मत्थे टेकते रहणगे, जिन्हों अज रकाबगंज कहा जाता है। उत्थे गुरुद्वारा सुशोभित है और वो लखी शाह वणजारे का घर जिहड़ा सी वो सड़ के भावें सुआह हो गया, पर रहिंदी दुनिया तिकर वो आबाद हो गया। लोग कहते सन लखी शाह का घर जिहड़ा सी बर्बाद हो गया, पर असल विच वो आबाद हो गया। इधर सतगुरां दा पवित्र सीस लैके भाई जैता जी दिल्लियों रवाना होए ने। 5 पड़ाव इन्हां ने रस्ते दे विच कीते ने आनंदपुर साहिब पहुंचण तिकर। हुण समा इजाजत नहीं दिंदा कि आपां उन्हां 5 पड़ावां दा जिक्र समा मिलेगा आपां फेर करांगे। सो ये अज दे दिन धन धन साहिब श्री गुरु तेग बहादुर महाराज सच्चे पातशाह जी की अदुੱਤੀ कुर्बानी है, जिन्हों याद करदियां अनेकां ही भुल्लां होईयां होणगीਆਂ। पूरियां दा इतिहास है, आपां हदूरियां दे कोलों मुकम्मल तौर ते बयान नहीं किया जा सकता। सो सतगुरु गुरु तेग बहादुर महाराज सच्चे पातशाह जी की कुर्बानी नूं और तिन्नां सिखां दी भाई मती दास, भाई दयाला जी, भाई सतीदास जी की कुर्बानी नूं कोटन कोटान वार नमस्कार है। होईयां भुल्लां दी माफ़ी। फतेह बुलाओ जी। वाहिगुरू जी का खालसा, वाहिगुरू जी की फतेह।